ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ 'ਤੇ ਅਰਥ ਕਰਾਂਗੇ। ਅੱਜ ਸੁਖਮਨੀ ਸਾਹਿਬ ਬਾਣੀ ਦਾ 20ਵੇਂ ਸਲੋਕ ਅਤੇ 20ਵੀਂ ਅਸ਼ਟਪਦੀ ਦੀ ਵਾਰੀ ਹੈ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ। ਫਿਰਤ ਫਿਰਤ ਪ੍ਰਭ ਆਇਆ ਪਰਿਓ ਤੋ ਸਰਨਾਈ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ। ਅਸ਼ਟਪਦੀ। ਜਾਚਕ ਜਜ ਜਾਚੇ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ। ਸਾਧ ਜਨਾ ਕੀ ਮਾਂਗਿਓ ਧੂਰ, ਪਾਪ ਬ੍ਰਹਮ ਮੇਰ ਸਦਾਪੂਰ। ਸਦਾ ਸਦਾ ਪ੍ਰਭ ਕੇ ਗੁਣ ਗਾਵਿਓ, ਸਾਸ ਸਾਸ ਪ੍ਰਭ ਤੁਮੇ ਧਿਆਵਿਓ। ਚਰਨ ਕਮਲ ਸੋ ਲਾਗੇ ਪ੍ਰੀਤ, ਭਗਤ ਕਰਿਓ ਪ੍ਰਭ ਕੀ ਨਿਤ ਨੀਤ। ਏਕ ਓਟ ਏਕੋ ਆਧਾਰ, ਨਾਨਕ ਮਾਂਗੇ ਨਾਮ ਪ੍ਰਭ ਸਾਰ। ਪ੍ਰਭ ਕੀ ਦਿਸ਼ਟ ਮਹਾਸੁਖ ਹੋਏ, ਹਰ ਰਸ ਪਾਵੇ ਬਿਰਲਾ ਕੋਏ। ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ। ਸੁਬਰ ਪਰੇ ਪ੍ਰੇਮ ਰਸ ਰੰਗ, ਜੇ ਚਾਓ ਸਾਧ ਕੇ ਸੰਗ। ਪਰੇ ਸਰਨਾਮ ਸਭ ਤਿਆਗ, ਅੰਤਰ ਪ੍ਰਗਾਸ ਸੰਤਨ ਲਿਵ ਲਾਗ। ਵੱਡ ਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਤ ਮਤ ਲਈ। ਜਿਨ ਕੋ ਪ੍ਰਭ ਹੋਇਓ ਦਿਆਲ, ਸੇਵਕ ਕੀਨੋ ਸਦਾ ਨਿਹਾਲ। ਬੰਧਨ ਕਾਢ ਮੁਕਤ ਜਨ ਭਇਆ, ਜਨਮ ਮਰਨ ਦੁਖ ਭ੍ਰਮ ਗਿਆ। ਇਛ ਪੂਨੀ ਸਰਦਾ ਸਭ ਪੂਰੀ, ਰਬ ਰਿਆ ਸਭ ਸੰਤ ਸੰਗ ਹਜੂਰੀ। ਜਿਸਕਾ ਸਾਤਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ। ਸੋ ਕਿਉ ਬਿਸਰੇ ਜੋ ਕਾਲ ਨ ਪਾਨੇ, ਸੋ ਕਿਉ ਬਿਸਰੇ ਕੀਆ ਜਾਨੇ। ਸੋ ਕਿਉ ਬਿਸਰੇ ਜਿ ਸਭ ਕੁਛ ਦੀਆ, ਸੋ ਕਿਉ ਬਿਸਰੇ ਜੀਵਨ ਜੀਆ। ਸੋ ਕਿਉ ਬਿਸਰੇ ਜੋ ਅਗਨ में राखे, गुर प्रसाद को बिरला लाखे। सो क्यों बिसरे जो बिखते काटे, जन्म जन्म का टूटा गाडे। गुरपुरे तत ए बुझाया, प्रभ अपना नानक जानता त्याया। साजन संत करो ए काम, आन त्याग जपो हर नाम। सिमर सिमर सुख पाओ, आप जपो अवरा नाम जपावो। भगत पाए तरिए संसार, बिन भगति तन हो सी चार। सर्व कल्याण सुख निध नाम, बूढ़त जात पाए विश्राम। सगल दुख का होत नास, नानक नाम जपे गुणतास। उपजी प्रीत प्रेम रस चाओ, मन तन अंतर ए स्याओ। नेत्र पेख दर्श सुख होए, मन बिकसे साध चरण धोए। भगत जना के मन तन रंग, बिरला को पावे संग। एक बस दीजे कर माया, गुर प्रसाद नानक जप लया। ताकि उपमा कही न जाए, नानक रहा सर्ब समाए। प्रभ बख्शंद दीन दयाल, भगत बचन सदा कृपाल। नाथ नाथ गोबिंद गोपाल, सर्ब कटा करत पिरपाल। आद पुरख कारण करतार, भगत जना के प्राण आधार। जो जो जपे स होए पुनीत, भगत पाए लावे मन हीत। हम निर्गुण यान नीच जान, नानक तुमरी सरन पुरख भगवान। सर्ब में कुंठ बैकुंठ मुक्त मोख पाए, एक निम हर के गुण गाए। नेक राज भोग बढ़ाई, हर के नाम की कथा मन पाई। बहु भोजन का प्रसंग गीत, रसना जपती हर हर नीत। भली सुकरनी शोभा तनवंत, हृदय बसे पूरन गुरमंत। साध संग प्रभ दे निवास, सर्व सुख नानक प्रगास। साध संग प्रभ दे निवास, सर्व सुख नानक प्रगास। श्लोक। फिरत फिरत प्रभ आया ਪਰਿਓ ਤੋ ਸਰਨਾਈ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ। ਇਸ ਸ਼ਲੋਕ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਹੇ ਪਰਮੇਸ਼ਰ, ਮੈਂ ਅਨੇਕ ਜਨਮਾਂ ਵਿੱਚ ਭਟਕਦਾ ਭਾਵ ਫਿਰਦਾ ਫਿਰਦਾ ਆਪ ਜੀ ਦੀ ਮਹਿਮਾ ਸੁਣ ਕੇ ਤੁਹਾਡੇ ਗੁਰੂ ਰੂਪ ਗੁਰਬਾਣੀ ਦੀ ਸ਼ਰਨ ਵਿੱਚ ਆ ਪਿਆ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਪ੍ਰਭੂ, ਮੈਨੂੰ ਆਪਣੀ ਗੁਰਸ਼ਬਦ ਗੁਰਬਾਣੀ ਨਾਮ ਰੂਪ ਭਗਤੀ ਵਿੱਚ ਲਗਾ ਲਵੋ ਜੀ, ਭਾਵ ਮੈਨੂੰ ਬਖਸ਼ ਲਓ ਜੀ। ਇਸ ਜਨਮ ਵਿੱਚ ਮੈਨੂੰ ਬਖਸ਼ ਲਓ ਜੀ। ਫਿਰ ਅਸ਼ਟਪਦੀ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਹੇ ਪਰਮੇਸ਼ਰ, ਜੋ ਤੇਰਾ ਮੰਗਤਾ ਸੇਵਕ ਇੱਕੋ ਦਾਨ ਮੰਗਦਾ ਹੈ ਜੀ ਕਿ ਆਪ ਆਪਣੀ ਕਿਰਪਾ ਕਰਕੇ ਮੈਨੂੰ ਪਰਮੇਸ਼ਰ ਰੂਪ ਗੁਰਸ਼ਬਦ ਗੁਰਬਾਣੀ ਨਾਮ
ਦਾ ਦਾਨ ਦਿਓ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਅਪਾਰ ਬ੍ਰਹਮ ਪਰਮੇਸ਼ਰ, ਮੈਂ ਗੁਰਸ਼ਬਦ ਗੁਰਬਾਣੀ ਨਾਮ ਰੂਪ ਸਾਧ ਜਨਾਂ ਦੀ ਚਰਨ ਧੂੜ ਮੰਗਦਾ ਹਾਂ ਜੀ। ਮੇਰੀ ਇਹ ਸਰਦਾ ਇੱਛਾ ਪੂਰੀ ਕਰ ਦਿਓ ਜੀ। ਹੇ ਪਰਮੇਸ਼ਰ, ਮੈਂ ਸਦਾ ਸਦਾ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੇ ਗੁਣਾਂ ਦਾ ਗਾਇਨ ਕਰਦਾ ਰਵਾਂ ਜੀ, ਅਤੇ ਸਵਾਸ ਸਵਾਸ ਪਰ ਹਰ ਵੇਲੇ ਦਿਨ ਰਾਤ ਤੁਹਾਨੂੰ ਧਿਆਉਂਦਾ ਰਵਾਂ ਜੀ, ਅਤੇ ਆਪ ਦੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਚਰਨ ਕਮਲਾਂ ਨਾਲ ਮੇਰੀ ਪ੍ਰੀਤ ਲੱਗ ਜਾਏ ਜੀ, ਅਤੇ ਹਰ ਵੇਲੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਪਰਮੇਸ਼ਰ ਦੀ ਭਗਤੀ ਕਰਦਾ ਰਵਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮੈਨੂੰ ਤਨ ਮਨ ਕਰਕੇ ਕੇਵਲ ਇੱਕ ਤੇਰੀ ਓਟ ਹੈ ਜੀ, ਇੱਕ ਤੇਰਾ ਹੀ ਆਧਾਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ, ਆਪਣੇ ਪਾਸੋਂ ਸ਼੍ਰੇਸ਼ਟ ਗੁਰਸ਼ਬਦ ਗੁਰਬਾਣੀ ਨਾਮ ਦੀ ਆਪ ਪਾਸੋਂ ਸ਼੍ਰੇਸ਼ਟ ਗੁਰਸ਼ਬਦ ਗੁਰਬਾਣੀ ਨਾਮ ਦੀ ਭੀਖ ਮੰਗਦਾ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਹਰ ਦੀ ਮੇਰ ਦੀ ਦ੍ਰਿਸ਼ਟੀ ਨਾਲ ਅਧਿਕ ਸੁੱਖ ਪ੍ਰਾਪਤ ਹੁੰਦਾ ਹੈ ਜੀ। ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਦਾ ਰਸ ਕੋਈ ਵਿਰਲਾ ਹੀ ਪ੍ਰਾਪਤ ਕਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਨ੍ਹਾਂ ਨੇ ਪਰਮੇਸ਼ਰ ਹਰ ਦਾ ਗੁਰਸ਼ਬਦ ਗੁਰਬਾਣੀ ਨਾਮ ਦਾ ਰਸ ਚੱਖਿਆ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ, ਉਹ ਗੁਰਮੁਖ ਸੇਵਕ ਤ੍ਰਿਪਤ ਹੋ ਗਏ ਹਨ ਜੀ, ਅਤੇ ਉਹ ਪੂਰਨ ਪੁਰਖ ਬਣ ਗਏ ਹਨ ਜੀ। ਪੂਰਨ ਪੁਰਖ ਭਾਵ ਉਹਨਾਂ ਨੇ ਗੁਰਸ਼ਬਦ ਗੁਰਬਾਣੀ ਨਾਮ ਆਪਣੇ ਅੰਦਰ ਧਾਰ ਕੇ ਆਪਣੇ ਹਿਰਦੇ ਅੰਦਰ ਚ ਵਸਾ ਕੇ ਮਾਇਆਵੀ ਵਿਕਾਰ ਖਤਮ ਕਰ ਲਏ ਹਨ ਜੀ, ਅਤੇ ਉਹ ਸੱਚੇ ਨਿਰਮਲ ਜੀ ਪੁਰਖ ਗੁਰਮੁਖ ਬਣ ਗਏ ਹਨ ਜੀ, ਅਤੇ ਕਿਸੇ ਤਰ੍ਹਾਂ ਦਾ ਵੀ ਉਹ ਫਿਰ ਡੋਲਦੇ ਨਹੀਂ ਜੀ। ਫਿਰ ਗੁਰੂ ਜੀ ਕਹਿੰਦੇ ਆ, ਉਹ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਦੇ ਪ੍ਰੇਮ ਦੇ ਰਸ ਵਿੱਚ ਅਤੇ ਰੰਗ ਨਾਲ ਪੂਰੀ ਤਰ੍ਹਾਂ ਰੰਗੇ ਰਹਿੰਦੇ ਹਨ ਜੀ, ਅਤੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਸਾਧ ਦੇ ਸੰਗ ਨਾਲ ਉਹਨਾਂ ਦੇ ਮਨ ਵਿੱਚ ਪਰਮੇਸ਼ਰ ਦੇ ਮਿਲਣ ਦੀ ਚਾਹ ਪੈਦਾ ਹੁੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਗੁਰਮੁਖ ਹੋਰ ਸਭ ਕੁਛ ਤਿਆਗ ਕੇ ਭਾਵ ਮਾਇਆਵੀ ਵਿਕਾਰਾਂ ਨੂੰ ਖਤਮ ਕਰਕੇ ਸੰਸਾਰਿਕ ਹੰਕਾਰ ਹਉਮੈ ਨੂੰ ਛੱਡ ਕੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਸ਼ਰਨ ਵਿੱਚ ਬਹਿ ਜਾਂਦੇ ਹਨ ਜੀ, ਅਤੇ ਉਹਨਾਂ ਦੇ ਹਿਰਦੇ ਅੰਤਰ ਆਤਮੇ ਵਿੱਚ ਬ੍ਰਹਮ ਜੋਤ ਭਾਵ ਗੁਰਸ਼ਬਦ ਗੁਰਬਾਣੀ ਨਾਮ ਰੂਪ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਜੀ, ਅਤੇ ਹਰ ਰੋਜ਼ ਉਹਨਾਂ ਦੀ ਪਰਮੇਸ਼ਰ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਲਿਵ ਲੱਗ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਆ, ਵੱਡੇ ਭਾਗਾਂ ਵਾਲਿਆਂ ਨੇ ਹੀ ਉਸ ਪਰਮੇਸ਼ਰ ਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਜਪਿਆ ਹੈ ਜੀ, ਅਤੇ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਉਸ ਦੇ ਪ੍ਰੇਮ ਵਿੱਚ ਰੰਗੇ ਜਾਣ ਨਾਲ ਆਤਮਿਕ ਸੁੱਖ ਪ੍ਰਾਪਤ ਕੀਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਗੁਰਮੁਖ ਸੇਵਕਾਂ ਦੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਮਨ ਦੀ ਇੱਛਾ ਪੂਰੀ ਹੋ ਗਈ ਹੈ ਜੀ, ਕਿਉਂਕਿ ਉਹਨਾਂ ਨੇ ਗੁਰੂ ਰੂਪ ਗੁਰਸ਼ਬਦ ਗੁਰਬਾਣੀ ਨਾਮ ਤੋਂ ਨਿਰਮਲ ਰੂਪ ਅੰਮ੍ਰਿਤ ਵਰਗੀ ਸਿੱਖਿਆ ਪ੍ਰਾਪਤ ਕਰ ਲਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਹੇ ਗੁਰਮੁਖ ਸੇਵਕ ਉੱਤੇ ਜਦੋਂ ਪਰਮੇਸ਼ਰ ਉਹਨਾਂ ਉੱਤੇ ਦਿਆਲੂ ਹੋਇਆ ਜੀ, ਤਾਂ ਉਹਨਾਂ ਨੂੰ ਸਦਾ ਲਈ ਆਨੰਦਿਤ ਕਰ ਦਿੱਤਾ ਜੀ। ਫਿਰ ਮਾਇਆਵੀ ਵਿਕਾਰ ਬੰਧਨਾਂ ਨੂੰ ਕੱਟ ਕੇ ਅਤੇ ਸੰਸਾਰਿਕ ਬੰਧਨਾਂ ਨੂੰ ਹਉਮੈ ਹੰਕਾਰਾਂ ਨੂੰ ਛੱਡ ਕੇ ਉਹ ਗੁਰਮੁਖ ਸੇਵਕ ਮੁਕਤ ਹੋ ਗਏ ਹਨ ਜੀ, ਅਤੇ ਉਹਨਾਂ ਦਾ ਜਨਮ ਮਰਨ ਦਾ ਦੁੱਖ ਅਤੇ ਭਰਮ ਦੂਰ ਹੋ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਗੁਰਮੁਖ ਸੇਵਕਾਂ ਦੀ ਇੱਛਾ ਸ਼ਰਧਾ ਪੂਰੀ ਹੋ ਗਈ ਹੈ ਜੀ, ਅਤੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸਭ ਤਰ੍ਹਾਂ ਦੀ ਪਰਮੇਸ਼ਰ ਦੀ ਕਿਰਪਾ ਦੁਆਰਾ
ਉਹਨਾਂ ਦੀ ਸਰਦਾ ਕਿਰਪਾ ਦੁਆਰਾ ਉਹਨਾਂ ਦੀ ਸਰਦਾ ਪੂਰੀ ਹੋ ਗਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਗੁਰਮੁਖਾਂ ਨੂੰ ਪਰਮੇਸ਼ਰ ਸਦਾ ਹਰ ਪਾਸੇ ਵਿਆਪਕ ਦਿਸਦਾ ਹੈ ਜੀ, ਅੰਗ ਸੰਗ ਮਹਿਸੂਸ ਹੁੰਦਾ ਹੈ ਜੀ। ਉਹ ਗੁਰਮੁਖ ਜਿਸ ਦਾ ਸੀ ਉਸਨੇ ਆਪਣੇ ਨਾਲ ਮਿਲਾ ਲਿਆ ਹੈ ਜੀ, ਭਾਵ ਉਹ ਫਿਰ ਪਰਮੇਸ਼ਰ ਦਾ ਹੀ ਇੱਕ ਅੰਸ਼ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਰੂਪ ਭਗਤੀ ਰਾਹੀਂ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਹੀ ਸਮਾਏ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਪਰਮੇਸ਼ਰ ਕਿਉਂ ਵਿਸਰੇ ਜੀ, ਜਿਹੜਾ ਗੁਰਮੁਖ ਦੁਆਰਾ ਕੀਤੀ ਗੁਰਸ਼ਬਦ ਗੁਰਬਾਣੀ ਨਾਮ ਦੀ ਸਾਧਨਾ ਨੂੰ ਵਿਅਰਥ ਨਹੀਂ ਜਾਣ ਦਿੰਦੇ ਜੀ। ਉਹ ਪਰਮੇਸ਼ਰ ਕਿਉਂ ਵਿਸਰੇ ਜੀ, ਜਿਹੜਾ ਗੁਰਮੁਖ ਦੁਆਰਾ ਕੀਤੀ ਹੋਈ ਗੁਰਸ਼ਬਦ ਗੁਰਬਾਣੀ ਨਾਮ ਦੀ ਕਮਾਈ ਨੂੰ ਜਾਣਦੇ ਹਨ ਜੀ। ਉਹ ਪਰਮੇਸ਼ਰ ਕਿਉਂ ਵਿਸਰ ਜਾਵੇ ਜੀ, ਜਿਸ ਨੇ ਸਾਨੂੰ ਸਭ ਕੁਝ ਦਿੱਤਾ ਹੈ ਜੀ। ਅਤੇ ਉਹ ਕਿਉਂ ਵਿਸਰ ਜਾਵੇ ਜੀ, ਜੋ ਸਭ ਜੀਵਾਂ ਦੇ ਜੀਵਨ ਦਾ ਆਸਰਾ ਆਧਾਰ ਹੈ ਜੀ। ਭਾਵ ਉਸ ਪਰਮੇਸ਼ਰ ਨੂੰ ਕਿਉਂ ਵਿਸਰੀਏ ਜੀ, ਜਿਸ ਪਰਮੇਸ਼ਰ ਨੇ ਸਾਨੂੰ ਆਪਣੇ ਗੁਰਸ਼ਬਦ ਗੁਰਬਾਣੀ ਨਾਮ ਨਾਲ ਲਗਾਇਆ ਹੈ ਜੀ। ਆਪ ਸਾਡੇ ਤੇ ਕਿਰਪਾ ਕਰਕੇ ਮਾਇਆਵੀ ਵਿਕਾਰਾਂ ਤੋਂ ਛੁਟਕਾਰਾ ਦਵਾ ਕੇ, ਹਉਮੈ ਤੇ ਹੰਕਾਰ ਤੋਂ ਛੁਟਕਾਰਾ ਦਵਾ ਕੇ ਆਪਣੇ ਗੁਰਸ਼ਬਦ ਗੁਰਬਾਣੀ ਨਾਮ ਬਖਸ਼ਿਆ ਹੈ ਜੀ, ਅਤੇ ਆਪਣੇ ਨਾਲ ਲਗਾਇਆ ਹੈ ਜੀ। ਇਸ ਪਰਮੇਸ਼ਰ ਨੂੰ ਕਿਉਂ ਵਿਸਰਿਆ ਜਾਵੇ ਜੀ, ਜੋ ਸਭ ਜੀਵਾਂ ਦਾ ਆਧਾਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਨੇ ਅਤੇ ਉਸ ਪਰਮੇਸ਼ਰ ਨੂੰ ਕਿਉਂ ਵਿਸਰਿਆ ਜਾਵੇ, ਜੋ ਸਭ ਜਗ੍ਹਾ ਵਿਆਪਕ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਸਾਨੂੰ ਕਿਉਂ ਵਿਸਰ ਜਾਵੇ ਜੀ, ਜੋ ਮਾਤਾ ਦੇ ਗਰਭ ਦੀ ਅਗਨੀ ਵਿੱਚ ਵੀ ਸਾਡੀ ਰੱਖਿਆ ਕਰਦਾ ਹੈ ਜੀ। ਭਾਵ ਜਦੋਂ ਅਸੀਂ ਮਾਤਾ ਦੇ ਗਰਭ 'ਚ ਸਾਂ ਅਤੇ ਉਸ ਭਗਤੀ ਅੱਗ ਵਿੱਚ ਵੀ ਪਰਮੇਸ਼ਰ ਨੇ ਸਾਨੂੰ ਹੱਥ ਦੇ ਕੇ ਰੱਖਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰੂ ਦੀ ਗੁਰਪ੍ਰਸਾਦ ਭਾਵ ਕਿਰਪਾ ਨਾਲ ਕੋਈ ਬਿਰਲਾ ਗੁਰਮੁਖ ਹੀ ਉਸ ਪਰਮੇਸ਼ਰ ਨੂੰ ਲਖਦਾ ਭਾਵ ਸਮਝਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਕਿਉਂ ਵਿਸਰ ਜਾਏ ਜੀ, ਜੋ ਮਾਇਆਵੀ ਵਿਸ਼ ਤੋਂ ਬਾਹਰ ਕੱਢ ਦਿੰਦਾ ਹੈ ਜੀ, ਅਤੇ ਜਨਮ ਜਨਮਾਂਤਰਾਂ ਤੋਂ ਆਪਣੇ ਨਾਲੋਂ ਵਿਛੜਿਆਂ ਨੂੰ ਮਿਲਾ ਲੈਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਰੂਪ ਪੂਰੇ ਗੁਰੂ ਨੇ ਇਹ ਤੱਤ ਸਿਧਾਂਤ ਜਿਨ੍ਹਾਂ ਨੂੰ ਸਮਝਾਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਗੁਰਮੁਖ ਸੇਵਕਾਂ ਨੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਆਪਣੇ ਪਰਮੇਸ਼ਰ ਨੂੰ ਧਿਆਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਸੱਜਣੋ, ਹੇ ਸੰਤੋ ਰੂਪ ਗੁਰਮੁਖੋ, ਤੁਸੀਂ ਇਹ ਕੰਮ ਕਰੋ ਜੀ, ਹੋਰ ਸਭ ਮਾਇਆਵੀ ਬੰਧਨਾਂ ਨੂੰ ਤਿਆਗ ਕੇ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਜਪੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਸਿਮਰ ਸਿਮਰ ਕੇ ਆਤਮਿਕ ਸੁੱਖ ਪ੍ਰਾਪਤ ਕਰੋ ਜੀ, ਅਤੇ ਆਪ ਵੀ ਜਪੋ ਜੀ, ਅਤੇ ਹੋਰਨਾਂ ਨੂੰ ਵੀ ਗੁਰਸ਼ਬਦ ਗੁਰਬਾਣੀ ਨਾਮ ਜਪਾਓ ਜੀ। ਭਾਵ ਸਾਧ ਸੰਗਤ ਵਿੱਚ ਬੈਠ ਕੇ ਵੀ ਕਰੋ ਜੀ, ਹੋਰਨਾਂ ਨੂੰ ਵੀ ਨਾਲ ਲਗਾਓ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਪ੍ਰੇਮ ਭਗਤੀ ਨਾਲ ਇਹ ਸੰਸਾਰ ਤਰਿਆ ਜਾਂਦਾ ਹੈ ਜੀ, ਅਤੇ ਗੁਰਸ਼ਬਦ ਗੁਰਬਾਣੀ ਨਾਮ ਭਗਤੀ ਤੋਂ ਬਿਨਾਂ ਇਹ ਸਰੀਰ ਨਿਸਵ ਸਵਾਹ ਹੋ ਜਾਏਗਾ ਜੀ। ਫਿਰ ਗੁਰੂ ਜੀ ਕਹਿੰਦੇ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਸਭ ਪਾਸਿਓਂ ਮੁਕਤੀਆਂ, ਨੌ ਨਿਧੀਆਂ ਅਤੇ ਸੁੱਖਾਂ ਦਾ ਖਜ਼ਾਨਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਜਪਣ ਨਾਲ ਵਿਕਾਰਾਂ ਵਿੱਚ ਡੁੱਬਦੇ ਜਾਂਦੇ ਮਨੁੱਖ ਨੂੰ ਵਿਸਰਾਮ ਭਾਵ ਸਥਿਤ ਸਹਾਰਾ ਮਿਲਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਜਪਣ ਨਾਲ ਤੁਹਾਡੇ ਸਾਰਿਆਂ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਜੀ, ਅਤੇ ਫਿਰ ਗੁਰਸ਼ਬਦ ਗੁਰਬਾਣੀ ਨਾਮ ਜਪਣ ਨਾਲ ਗੁਣਾਂ ਦਾ ਖਜ਼ਾਨਾ ਮਿਲ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਨ੍ਹਾਂ ਗੁਰਮੁਖ ਸਾਧਕਾਂ ਦੇ ਮਨ ਵਿੱਚ
ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਲਈ ਪ੍ਰੀਤ ਪ੍ਰੇਮ ਪੈਦਾ ਹੋ ਗਿਆ ਹੈ ਜੀ, ਅਤੇ ਪਿਆਰ ਦਾ ਰਸ ਅਤੇ ਚਾਅ ਵਿਕਸਿਤ ਹੋ ਗਿਆ ਹੈ ਜੀ। ਉਹਨਾਂ ਦੇ ਮਨ ਅਤੇ ਤਨ ਵਿੱਚ ਇਹੀ ਲਾਭ ਪ੍ਰਾਪਤ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਦਰਸ਼ਨ ਅੱਖਾਂ ਨਾਲ ਵੇਖ ਕੇ ਗੁਰਮੁਖਾਂ ਨੂੰ ਸੁੱਖ ਮਿਲਦਾ ਹੈ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਮਾਇਆਵੀ ਵਿਕਾਰ ਖਤਮ ਕਰਕੇ ਜੇ ਪਰਮੇਸ਼ਰ ਕਿਰਪਾ ਕਰ ਦੇਵੇ ਤਾਂ ਉਸ ਪਰਮੇਸ਼ਰ ਨੂੰ ਆਪਣੇ ਅੰਦਰ ਹੀ ਵਸਦਾ ਵੇਖੀਦਾ ਹੈ ਜੀ। ਫਿਰ ਉਸ ਦੇ ਦਰਸ਼ਨ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖ ਉਹਨਾਂ ਗੁਰਮੁਖਾਂ ਨੂੰ ਸੁੱਖ ਪ੍ਰਾਪਤ ਹੁੰਦਾ ਹੈ ਜੀ, ਅਤੇ ਸਾਧੂ ਦੇ ਚਰਨ ਰੂਪ ਧੋਣ ਭਾਵ ਗੁਰਸ਼ਬਦ ਗੁਰਬਾਣੀ ਨਾਮ ਰੂਪ ਸਾਧੂ ਦੇ ਚਰਨਾਂ ਨਾਲ ਮਨ ਪ੍ਰਸੰਨ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਭਗਤ ਗੁਰਮੁਖ ਦੇ ਮਨ ਅਤੇ ਤਨ ਵਿੱਚ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਦਾ ਪ੍ਰੇਮ ਦਾ ਰੰਗ ਚੜਿਆ ਰਹਿੰਦਾ ਹੈ ਜੀ। ਪਰ ਅਜਿਹੇ ਭਗਤ ਗੁਰਮੁਖ ਦਾ ਸੰਗ ਕੋਈ ਬਿਰਲਾ ਹੀ ਪ੍ਰਾਪਤ ਕਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ ਆਪਣੀ ਕਿਰਪਾ ਕਰਕੇ ਮੈਨੂੰ ਇੱਕ ਵਸਤੂ ਪ੍ਰਦਾਨ ਕਰੋ ਜੀ, ਤਾਂ ਜੋ ਗੁਰੂ ਦੀ ਕਿਰਪਾ ਨਾਲ ਗੁਰਸ਼ਬਦ ਗੁਰਬਾਣੀ ਨਾਮ ਜਪਿਆ ਜਾ ਸਕੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਸ ਪਰਮੇਸ਼ਰ ਦੀ ਉਪਮਾ ਦਾ ਵਿਖਾਣ ਨਹੀਂ ਕੀਤਾ ਜਾ ਸਕਦਾ ਜੀ, ਅਤੇ ਪਰਮੇਸ਼ਰ ਸਭ ਵਿੱਚ ਸਾਰੇ ਸੰਸਾਰ ਵਿੱਚ ਸਮਾ ਰਿਹਾ ਹੈ ਜੀ, ਭਾਵ ਵਿਆਪਕ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਬਖਸ਼ਣਹਾਰ ਪਰਮੇਸ਼ਰ, ਹੇ ਦੀਨਾਂ ਉੱਤੇ ਦਇਆ ਕਰਨ ਵਾਲੇ, ਹੇ ਭਗਤ ਗੁਰਸ਼ਬਦ ਗੁਰਬਾਣੀ ਨਾਮ ਭਗਤੀ ਨਾਲ ਸਨੇਹ ਕਰਨ ਵਾਲੇ, ਹੇ ਸਦਾ ਕਿਰਪਾਲੂ, ਹੇ ਨਾਥਾਂ ਦੇ ਨਾਥ, ਹੇ ਗੋਬਿੰਦ, ਹੇ ਗੋਪਾਲ, ਹੇ ਸਾਰਿਆਂ ਸਰੀਰਾਂ ਦੀ ਇਸ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲੇ, ਹੇ ਆਦਿ ਪੁਰਸ਼, ਹੇ ਕਾਰਨ ਸਰੂਪ, ਹੇ ਕਰਤਾਰ, ਹੇ ਭਗਤ ਜਨਾਂ ਦੇ ਪ੍ਰਾਣਾਂ ਦੇ ਆਧਾਰ, ਜੋ ਤੁਹਾਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਜਪਦਾ ਹੈ ਜੀ, ਉਹ ਪਵਿੱਤਰ ਹੋ ਜਾਂਦੇ ਹਨ ਜੀ, ਅਤੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਪ੍ਰੇਮ ਭਗਤੀ ਰਾਹੀਂ ਮਨ ਦਾ ਪ੍ਰੇਮ ਤੁਹਾਡੇ ਨਾਲ ਲਗਾਉਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਨੇ ਅਸੀਂ ਗੁਣਹੀਨ ਨੀਚ ਨਾ ਸਮਝ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਪੁਰਸ਼ ਰੂਪ, ਹੇ ਭਗਵਾਨ, ਸਾਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਤੁਹਾਡੀ ਸ਼ਰਨ ਵਿੱਚ ਅਸੀਂ ਆਏ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਗੁਰਮੁਖ ਇੱਕ ਛਣ ਲਈ ਪਰਮੇਸ਼ਰ ਹਾਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੇ ਵਿਕਾਰਾਂ ਰਹਿਤ ਗੁਣ ਗਾਉਂਦਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਹ ਸਾਰੇ ਬੈਕੁੰਠ ਮੁਕਤੀ ਅਤੇ ਮੋਖ ਪ੍ਰਾਪਤ ਕਰ ਲੈਂਦਾ ਹੈ ਜੀ। ਅਤੇ ਜਿਸ ਗੁਰਮੁਖ ਦੇ ਮਨ ਨੂੰ ਪਰਮੇਸ਼ਰ ਹਾਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੀ ਕਥਾ ਚੰਗੀ ਲੱਗਦੀ ਹੈ ਜੀ, ਉਸ ਨੇ ਸਮਝੋ ਅਨੇਕਾਂ ਰਾਜ ਭੋਗ ਪਦਾਰਥ ਅਤੇ ਪ੍ਰਤਿਸ਼ਠਾ ਪ੍ਰਾਪਤ ਕਰ ਲਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਗੁਰਮੁਖ ਦੀ ਰਸਨਾ ਨੇ ਪਰਮੇਸ਼ਰ ਦੇ ਨਿਤ ਗੁਰਸ਼ਬਦ ਗੁਰਬਾਣੀ ਨਾਮ ਦਾ ਜਾਪ ਕੀਤਾ ਹੈ ਜੀ, ਭਾਵ ਜੋ ਗੁਰਮੁਖਾਂ ਦੀ ਜਿਨ੍ਹਾਂ ਗੁਰਮੁਖਾਂ ਦੀ ਰਸਨਾ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਹਾਰ ਦਾ ਜਾਪ ਕਰਦੇ ਹਨ ਜੀ, ਉਹ ਗੁਰਮੁਖ ਮਾਨੋ ਬਹੁਤ ਭੋਜਨ ਬਸਤਰ ਅਤੇ ਰਾਗ ਰੰਗ ਪ੍ਰਾਪਤ ਕਰ ਲੈਂਦੇ ਹਨ ਜੀ। ਅਤੇ ਜਿਸ ਦੇ ਹਿਰਦੇ ਵਿੱਚ ਪੂਰੇ ਗੁਰੂ ਦਾ ਗੁਰਸ਼ਬਦ ਗੁਰਬਾਣੀ ਨਾਮ ਦਾ ਉਪਦੇਸ਼ ਵਸ ਜਾਂਦਾ ਹੈ ਜੀ, ਉਸ ਦਾ ਮਾਨੋ ਕਰਨੀ ਸ੍ਰੇਸ਼ਟ ਉੱਤਮ ਹੈ ਜੀ, ਉਹ ਸ਼ੋਭਾਸ਼ਾਲੀ ਹਨ ਜੀ, ਅਤੇ ਉਹ ਗੁਰਮੁਖ ਆਤਮਿਕ ਤੌਰ ਤੇ ਧਨਵੰਤ ਧਨਾੜ ਭਾਵ ਵੱਡੇ ਭਾਗਾਂ ਵਾਲੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਮੈਨੂੰ ਗੁਰਸ਼ਬਦ ਗੁਰਬਾਣੀ ਨਾਮ ਅਤੇ ਆਪਣੀ ਸਾਧ ਸੰਗਤ ਵਿੱਚ ਨਿਵਾਸ ਬਖਸ਼ੋ ਜੀ।
ਫਿਰ ਗੁਰੂ ਜੀ ਕਹਿੰਦੇ ਹਨ, ਜਿੱਥੇ ਸਾਰਿਆਂ ਸੁੱਖਾਂ ਦਾ ਪ੍ਰਕਾਸ਼ ਹੋ ਜਾਂਦਾ ਹੈ ਜੀ। ਇਸ ਅਸ਼ਟਪਦੀ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਅਸ਼ਟਪਦੀ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਇਹ ਵੀ ਸਾਡੇ ਗੁਰੂਆਂ ਨੇ ਦੱਸਿਆ ਹੈ, ਜੀਵ ਆਪਣੇ ਪਾਪ ਕਰਮਾਂ ਕਰਕੇ ਨੇਕ ਜੂਨੀਆਂ ਵਿੱਚ ਭਟਕਦੇ ਹਨ ਅਤੇ ਅੰਤ ਵਿੱਚ ਪਰਮੇਸ਼ਰ ਦੀ ਕਿਰਪਾ ਨਾਲ ਮਨੁੱਖਾ ਦੇਹੀ ਪ੍ਰਾਪਤ ਹੁੰਦੀ ਹੈ ਜੀ। ਇਸ ਅਸ਼ਟਪਦੀ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਅਬ ਕੀ ਵਾਰ ਭਾਵ ਮਨੁੱਖਾ ਜੀਵਨ ਸਾਰੇ ਕੰਮ ਕਰਦਿਆਂ ਉਸ ਪਰਮੇਸ਼ਰ ਨਾਲ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਜੁੜੋ ਜੀ। ਭਾਵ ਸਾਰੇ ਕੰਮ ਕਰਦਿਆਂ ਵਿਕਾਰਾਂ ਨੂੰ ਤਿਆਗ ਕੇ, ਹਉਮੈ ਨੂੰ ਤਿਆਗ ਕੇ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜੋ ਜੀ। ਫਿਰ ਗੁਰੂ ਜੀ ਕਹਿੰਦੇ ਪਰਮੇਸ਼ਰ ਪਾਸ ਜਗਿਆਸੂ ਦੀ ਇੱਕ ਮਾਤਰ ਬੇਨਤੀ ਹੈ ਜੀ ਕਿ ਪਰਮੇਸ਼ਰ ਹਰ ਭਗਤੀ ਗੁਰਸ਼ਬਦ ਗੁਰਬਾਣੀ ਨਾਮ ਰੂਪ ਪ੍ਰੇਮਾ ਭਗਤੀ ਦੀ ਦਾਤ ਬਖਸ਼ੋ ਜੀ, ਤਾਂ ਜੋ ਅਸੀਂ ਆਪਣੇ ਹਰ ਮੂਲ ਨਾਲ ਪਰਮੇਸ਼ਰ ਨਾਲ ਜੁੜ ਸਕੀਏ ਜੀ ਅਤੇ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਨਾਲ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪ੍ਰੇਮ ਭਗਤੀ ਪ੍ਰਾਪਤ ਹੁੰਦੀ ਹੈ ਜੀ, ਜਿਸ ਨਾਲ ਮਨੁੱਖ ਦਾ ਹਿਰਦਾ ਬ੍ਰਹਮ ਜੋਤ ਨਾਲ ਪ੍ਰਕਾਸ਼ਿਤ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਸ ਪਰਮੇਸ਼ਰ ਨੂੰ ਵਿਸਾਰਨਾ ਨਹੀਂ ਚਾਹੀਦਾ ਜੀ ਅਤੇ ਸਾਰੇ ਕਰਮ ਕਾਂਡ ਜਾਂ ਮਾਇਆਵੀ ਵਿਕਾਰਾਂ ਨੂੰ ਛੱਡ ਕੇ ਪਰਮੇਸ਼ਰ ਹਰ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਵਿੱਚ ਲੱਗਣਾ ਚਾਹੀਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਦੀ ਗੁਰਸ਼ਬਦ ਗੁਰਬਾਣੀ ਨਾਮ ਰੂਪ ਸ਼ਰਨ ਵਿੱਚ ਜਾਣ ਨਾਲ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਜੀ ਅਤੇ ਸਾਧ ਸੰਗਤ ਦੇ ਸੰਪਰਕ ਵਿੱਚ ਜਾਣ ਨਾਲ ਗੁਰਸ਼ਬਦ ਗੁਰਬਾਣੀ ਨਾਮ ਦੀ ਪ੍ਰੇਮ ਭਗਤੀ ਵਿਕਸਿਤ ਹੁੰਦੀ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।